ਹੈਲੋ ਫਰੈਂਡਸ, ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਵਿਸ਼ੇ 'ਤੇ ਫਸਟ ਏਡ, ਜਿਸ ਨੂੰ ਕਿ ਆਪਾਂ ਮੁੱਢਲੀ ਸਹਾਇਤਾ ਵੀ ਕਹਿੰਦੇ ਹਾਂ, ਉਸ 'ਤੇ ਜਾਣਕਾਰੀ ਦੇਣ ਜਾ ਰਹੀ ਹਾਂ। ਮੁੱਢਲੀ ਸਹਾਇਤਾ ਵਿੱਚ ਅਸੀਂ ਜ਼ਖਮੀ ਜਾਂ ਬਿਮਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਉਸ ਦੀ ਜਾਨ ਬਚਾਉਣ ਲਈ ਜੋ ਕੁਝ ਵੀ ਕਰ ਸਕਦੇ ਹਾਂ, ਉਸ ਨੂੰ ਫਸਟ ਏਡ ਜਾਂ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ। ਉਸ ਸਥਿਤੀ ਵਿੱਚ ਪਏ ਵਿਅਕਤੀ ਦੀ ਜਾਨ ਬਚਾਉਣ ਲਈ ਅਸੀਂ ਕਿਸੇ ਵੀ ਚੀਜ਼ ਦਾ ਪ੍ਰਯੋਗ ਜੋ ਕਿ ਉਸ ਦੇ ਆਸ-ਪਾਸ ਹੈ, ਉਸ ਦਾ ਉਪਯੋਗ ਕਰ ਸਕਦੇ ਹਾਂ। ਇਸ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ ਨਾਲੋਂ ਜ਼ਿਆਦਾ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਕਿ ਅਸੀਂ ਕੀ ਨਹੀਂ ਕਰਨਾ ਜਾਂ ਕੀ ਨਾ ਕਰੀਏ, ਕਿਉਂਕਿ ਕਿਸੇ ਵੀ ਗਲਤ ਇਲਾਜ ਨਾਲ ਜਾਂ ਕਿਸੇ ਵੀ ਕਿਰਿਆ ਨਾਲ ਉਸ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਾਂ ਉਸ ਦੀ ਜਾਨ ਜਾ ਸਕਦੀ ਹੈ। ਹੁਣ ਮੈਂ ਤੁਹਾਨੂੰ ਮੁੱਢਲੀ ਸਹਾਇਤਾ ਦੇ ਪ੍ਰਿੰਸੀਪਲਸ ਯਾਨੀ ਕਿ ਉਹਨਾਂ ਦੇ ਸਿਧਾਂਤਾਂ ਬਾਰੇ ਜਾਣਕਾਰੀ ਦੇਵਾਂਗੀ। ਸਭ ਤੋਂ ਪਹਿਲਾ ਹੈ ਪ੍ਰਿਜ਼ਰਵ ਲਾਈਫ, ਯਾਨੀ ਕਿ ਅਸੀਂ ਉਸ ਵਿਅਕਤੀ ਦੀ ਜੋ ਬਿਮਾਰ ਹੈ ਜਾਂ ਗੰਭੀਰ ਹਾਲਤ ਵਿੱਚ ਹੈ, ਉਸ ਦੀ ਜਾਨ ਨੂੰ ਬਚਾਉਣਾ ਹੈ। ਉਸ ਦੀ ਜਾਨ ਬਚਾਉਂਦੇ ਹੋਏ ਅਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਉਸ ਦੀ ਜਾਨ ਦੇ ਨਾਲ ਆਪਣੀ ਜਾਨ ਵੀ ਬਚਾਉਣੀ ਹੈ। ਦੂਜੇ ਨੰਬਰ 'ਤੇ ਹੈ ਜੀ ਪ੍ਰਮੋਟ ਰਿਕਵਰੀ ਮਤਲਬ ਉਸ ਦੀ ਜਿਹੜੀ ਕੀ ਹੈ ਹਾਲਤ ਗੰਭੀਰ ਹੋ ਰਹੀ ਹੈ, ਉਸ ਨੂੰ ਹੋਰ ਹਾਲਤ ਗੰਭੀਰ ਹੋਣ ਤੋਂ ਬਚਾਉਣ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਕਰਨਾ ਹੈ। ਉਸ ਸਥਿਤੀ ਤੋਂ ਉਸ ਨੂੰ ਬਾਹਰ ਕੱਢਣਾ ਹੈ। ਜਿਸ ਤਰ੍ਹਾਂ ਕਿ ਕੋਈ ਵਿਅਕਤੀ ਪਾਣੀ ਵਿੱਚ ਡੁੱਬ ਰਿਹਾ ਹੈ, ਅੱਗ ਵਿੱਚ ਫਸਿਆ ਹੈ ਜਾਂ ਉਸਦੀ ਸਾਹ ਨਾਲੀ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਦੇਖਣਾ ਹੈ ਕਿ ਉਸਦੀ ਉਸ ਸਥਿਤੀ ਤੋਂ ਉਸ ਨੂੰ ਬਾਹਰ ਕੱਢਿਆ ਜਾਵੇ। ਤੀਜੇ ਨੰਬਰ 'ਤੇ ਹੈ ਟੇਕਿੰਗ ਇਮੀਡੀਏਟ ਐਕਸ਼ਨ। ਅਸੀਂ ਦੇਖਣਾ ਹੈ ਕਿ ਉਹ ਗੰਭੀਰ ਸਥਿਤੀ ਵਿੱਚ ਫਸੇ ਹੋਏ ਵਿਅਕਤੀ ਨੂੰ ਉਸ ਸਥਿਤੀ ਵਿੱਚੋਂ ਬਾਹਰ ਕੱਢਣਾ ਹੈ ਅਤੇ ਅਸੀਂ ਉਸ ਸਥਿਤੀ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਅਤੇ ਅਸੀਂ ਕਿਹੜੀ ਇਹੋ ਜਿਹੀ ਕਿਰਿਆ ਕਰਨੀ ਹੈ ਜਿਸ ਨਾਲ ਉਸ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਸਕੇ। ਅੱਗੇ ਹੈ ਜੀ ਕਾਮਿੰਗ ਡਾਊਨ ਦਾ ਸਿਚੁਏਸ਼ਨ। ਇਸ ਸਥਿਤੀ ਵਿੱਚ ਅਸੀਂ ਕੀ ਹੈ ਬਿਲਕੁਲ ਸ਼ਾਂਤ ਰਹਿਣਾ ਹੈ, ਹੜਬੜੀ ਵਿੱਚ ਅਜਿਹਾ ਕੋਈ ਕੰਮ ਨਹੀਂ ਕਰਨਾ ਜਿਸ ਨਾਲ ਉਸ ਵਿਅਕਤੀ ਦੀ ਜਾਨ ਨੂੰ ਖਤਰਾ ਹੋਵੇ। ਮਤਲਬ ਕਿ ਅਸੀਂ ਘਬਰਾਹਟ ਵਿੱਚ ਅਜਿਹਾ ਕੋਈ ਕਦਮ ਨਹੀਂ ਚੱਕਣਾ ਜਿਸ ਨਾਲ ਉਸ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕੇ। ਅੱਗੇ ਹੈ ਜੀ ਕਾਲਿੰਗ ਫॉर ਮੈਡੀਕਲ ਅਸਿਸਟੈਂਟ। ਫਿਰ ਅਸੀਂ ਕੀ ਕਰਨਾ ਹੈ, ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਲਦੀ ਤੋਂ ਜਲਦੀ ਅਸੀਂ ਹਸਪਤਾਲ ਜਾਂ ਮਤਲਬ ਕਿਸੇ ਅਜਿਹੀ ਜਗ੍ਹਾ 'ਤੇ ਉਸ ਗੰਭੀਰ ਵਿਅਕਤੀ ਨੂੰ ਪਹੁੰਚਾਇਆ ਜਾਵੇ ਜਿੱਥੇ ਕਿ ਉਸਦੀ ਜਾਨ ਨੂੰ ਖਤਰੇ ਤੋਂ ਬਾਹਰ ਕੱਢਿਆ ਜਾ ਸਕੇ। ਜੇ ਨੇੜੇ ਤੇੜੇ ਕੋਈ ਹਸਪਤਾਲ ਹੈ ਜਾਂ ਕੋਈ ਹੋਰ ਮੈਡੀਕਲ ਖੇਤਰ ਹੈ ਤਾਂ ਅਸੀਂ ਉਸ ਵਿਅਕਤੀ ਨੂੰ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਅੱਗੇ ਹੈ ਪ੍ਰੀਵੈਂਟ ਡਿਟੀਰੀਓਰੇਸ਼ਨ ਵਿੱਚ ਅਸੀਂ ਕੀ ਕਰਨਾ ਹੈ ਕਿ ਜੋ ਵੀ ਸਥਿਤੀ ਉੱਥੇ ਪੈਦਾ ਹੋਈ ਹੈ ਜਿਸ ਨਾਲ ਵਿਅਕਤੀ ਦੀ ਹਾਲਤ ਨੂੰ ਖਤਰਾ ਹੈ, ਤਾਂ ਅਸੀਂ ਉਸ ਨੂੰ ਉਸ ਕੰਡੀਸ਼ਨ ਵਿੱਚੋਂ ਬਾਹਰ ਕੱਢਣਾ ਹੈ, ਉਸ ਸਿਚੁਏਸ਼ਨ ਵਿੱਚੋਂ ਬਾਹਰ ਕੱਢਣਾ ਹੈ। ਜਿਸ ਤਰ੍ਹਾਂ ਕਿ ਉਹ ਅੱਗ ਵਿੱਚ ਫਸਿਆ ਹੋਇਆ ਹੈ ਤਾਂ ਅਸੀਂ ਉਸ ਨੂੰ ਅੱਗ ਵਿੱਚੋਂ ਬਾਹਰ ਕੱਢਣਾ ਹੈ, ਜਾਂ ਉਹ ਪਾਣੀ ਵਿੱਚ ਡੁੱਬ ਰਿਹਾ ਹੈ ਤਾਂ ਅਸੀਂ ਕੋਸ਼ਿਸ਼ ਕਰਨੀ ਕਿ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਜਾਵੇ, ਜਾਂ ਉਸ ਦੀ ਸਾਹ ਨਾਲੀ ਵਿੱਚ ਕੋਈ ਚੀਜ਼ ਫਸੀ ਹੋਈ ਹੈ ਤਾਂ ਕੋਸ਼ਿਸ਼ ਕਰਨੀ ਹੈ ਕਿ ਉਸ ਦੇ ਸਾਹ ਨਾਲੀ ਵਿੱਚੋਂ ਉਹ ਚੀਜ਼ ਬਾਹਰ ਕੱਢੀ ਜਾਵੇ ਤਾਂ ਕਿ ਉਹ ਸਹੀ ਤਰ੍ਹਾਂ ਸਾਹ ਲੈ ਸਕੇ। ਜਾਂ ਕੋਈ ਤਾਰਾਂ ਵਗੈਰਾ ਵਿੱਚੋਂ ਕਰੰਟ ਪਾਸ ਹੋ ਰਿਹਾ ਹੈ ਜਿਸ ਨਾਲ ਉਸ ਦੀ ਜਾਨ ਨੂੰ ਖਤਰਾ ਹੋ ਰਿਹਾ ਹੈ, ਤਾਂ ਅਸੀਂ ਉਹ ਵਾਇਰ ਹੈ, ਉਹਦਾ ਬਿਜਲੀ ਸਰਕਟ ਹੈ, ਉਹ ਅਸੀਂ ਕੱਟ ਕਰਨਾ ਹੈ ਅਤੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਉਸ ਦੀ ਜਾਨ ਦੇ ਨਾਲ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾਈਏ। ਉਸ ਤੋਂ ਅੱਗੇ ਪੁਆਇੰਟ ਹੈ ਜੀ ਅਪਲਾਈ ਦਾ ਰੈਲੀਵੈਂਟ ਟਰੀਟਮੈਂਟ। ਅਸੀਂ ਸਿਰਫ ਉਹੀ ਗਤੀਵਿਧੀ ਕਰਨੀ ਹੈ ਜਿਸ ਵਿੱਚ ਅਸੀਂ
ਪਰਪੱਕ ਹੋਈਏ, ਜੋ ਕਿਰਿਆ ਸਾਨੂੰ ਚੰਗੀ ਤਰ੍ਹਾਂ ਆਉਂਦੀ ਹੋਵੇ। ਇਹ ਨਾ ਹੋਵੇ ਕਿ ਅਸੀਂ ਉਸ ਵਿਅਕਤੀ ਦੀ ਜਾਨ ਲਈ ਹੋਰ ਖਤਰਾ ਪੈਦਾ ਕਰ ਦਈਏ ਅਤੇ ਕੋਸ਼ਿਸ਼ ਕਰੀਏ ਕਿ ਜਿੰਨੀ ਜਲਦੀ ਹੋ ਸਕੇ ਉਸ ਨੂੰ ਹਸਪਤਾਲ ਪਹੁੰਚਾ ਦਈਏ। ਦੋਸਤੋ, ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਵੀ ਕਿਸ ਸਥਿਤੀ ਵਿੱਚ ਆਪਾਂ ਫਸਟ ਏਡ ਮਤਲਬ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਜਿਸ ਤਰ੍ਹਾਂ ਕਿ ਦਮ ਘੁੱਟਣਾ, ਜੇ ਮਰੀਜ਼ ਦੇ ਸਾਹ ਨਾਲੀ ਵਿੱਚ ਕੋਈ ਚੀਜ਼ ਫਸ ਗਈ ਹੈ, ਜਿੱਦਾਂ ਉਹ ਪਾਣੀ ਵਿੱਚ ਡੁੱਬ ਰਿਹਾ ਹੈ, ਉਸ ਦੇ ਗਲੇ ਵਿੱਚ ਕੋਈ ਫਾਂਸੀ ਟਾਈਪ ਉਸਨੇ ਲਗਾ ਲਿਆ ਹੈ ਜਾਂ ਸਾਹ ਨਲੀ ਵਿੱਚ ਕੁਝ ਫਸ ਗਿਆ ਹੈ। ਉਸ ਤੋਂ ਅੱਗੇ ਜੇ ਕਿਸੇ ਪੇਸ਼ੈਂਟ ਨੂੰ ਹਾਰਟ ਅਟੈਕ ਆ ਰਿਹਾ ਹੈ ਤਾਂ ਅਸੀਂ ਉਸ ਨੂੰ CPR ਦੇ ਸਕਦੇ ਹਾਂ, ਪਰ CPR ਅਸੀਂ ਉਸ ਤਰੀਕੇ ਨਾਲ ਦੇਣਾ ਹੈ ਜੇ ਸਾਨੂੰ ਉਸਦੇ ਸਹੀ ਨਿਯਮ ਪ੍ਰਿੰਸੀਪਲ ਪਤਾ ਹਨ ਤਾਂ। ਤੀਜੇ ਨੰਬਰ 'ਤੇ ਹੈ ਜੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਉਸਦੇ ਸਰੀਰ ਵਿੱਚੋਂ ਕਿਤੋਂ ਖੂਨ ਵਗ ਰਿਹਾ ਹੈ, ਇਸ ਨਾਲ ਉਸਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਵੇਗੀ ਅਤੇ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਤਾਂ ਅਸੀਂ ਉਸ ਖੂਨ ਨੂੰ ਸਭ ਤੋਂ ਪਹਿਲਾਂ ਵਗਣ ਤੋਂ ਰੋਕਣਾ ਹੈ। ਚੌਥੇ ਨੰਬਰ 'ਤੇ ਸਰੀਰ ਵਿੱਚ ਜ਼ਹਿਰ ਦਾ ਅਸਰ ਹੋਣਾ, ਜੇ ਮਰੀਜ਼ ਨੂੰ ਕਿਸੇ ਤਰ੍ਹਾਂ ਦਾ ਉਸਨੇ ਜ਼ਹਿਰ ਹੈ ਇਨਹੇਲ ਕਰ ਲਿਆ ਹੈ, ਮਤਲਬ ਖਾ ਲਿਆ ਹੈ, ਜਾਂ ਸਾਹ ਦੁਆਰਾ ਉਸਨੇ ਅੰਦਰ ਲੰਘਾ ਲਿਆ ਹੈ, ਜਾਂ ਸੱਪ ਵਗੈਰਾ ਨੇ ਉਸਨੂੰ ਕੱਟ ਲਿਆ ਹੈ, ਉਸ ਸਥਿਤੀ ਵਿੱਚ ਅਸੀਂ ਉਸ ਨੂੰ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਪੇਸ਼ੈਂਟ ਕਿਸੇ ਚੀਜ਼ ਨਾਲ ਸੜ ਰਿਹਾ ਹੈ, ਉਸ ਵਿੱਚ ਅਸੀਂ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਪੇਸ਼ੈਂਟ ਮਰੀਜ਼ ਬੇਹੋਸ਼ ਹੋ ਗਿਆ ਹੈ, ਉਸ ਵਿੱਚ ਅਸੀਂ ਉਸਦੀ ਮੁੱਢਲੀ ਸਹਾਇਤਾ ਕਰ ਸਕਦੇ ਹਾਂ, ਜਾਂ ਉਸਨੂੰ ਕੋਈ ਮੋਚ ਜਾਂ ਉਸਦੀ ਕੋਈ ਹੱਡੀ ਵਗੈਰਾ ਟੁੱਟ ਰਹੀ ਹੈ। ਅੰਤ ਵਿੱਚ ਹੈ ਕਿਸੇ ਜਾਨਵਰ ਦੇ ਕੱਟਣ ਨਾਲ, ਜਿੱਦਾਂ ਸੱਪ ਦੇ ਕੱਟਣ ਨਾਲ, ਕੁੱਤੇ ਦੇ ਕੱਟਣ ਨਾਲ, ਉਸ ਸਥਿਤੀ ਵਿੱਚ ਅਸੀਂ ਉਸ ਨੂੰ ਮੁੱਢਲੀ ਸਹਾਇਤਾ ਦੇ ਸਕਦੇ ਹਾਂ। ਅੰਤ ਵਿੱਚ ਮੈਂ ਤੁਹਾਨੂੰ ਮੁੱਢਲੀ ਸਹਾਇਤਾ ਕਿੱਟ ਵਿੱਚ ਕੀ ਹੁੰਦਾ ਹੈ ਉਸ ਬਾਰੇ ਜਾਣਕਾਰੀ ਦੇਵਾਂਗੀ। ਜਿਸ ਤਰ੍ਹਾਂ ਕੀ ਹੈ ਪਲਾਸਟਰ ਇਨ ਅ ਵਰਾਇਟੀ ਆਫ ਡਿਫਰੈਂਟ ਸਾਈਜ਼ਜ਼ ਐਂਡ ਸ਼ੇਪਸ, ਆਪਣੇ ਕੋਲ ਜੋ ਵੀ ਪਲਾਸਟਰ ਹੈ ਅਲੱਗ-ਅਲੱਗ ਸਾਈਜ਼ ਦੇ ਵਿੱਚ ਅਤੇ ਸ਼ੇਪ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿੰਨੇ ਵੀ ਤਰ੍ਹਾਂ ਦੀਆਂ ਪੱਟੀਆਂ ਹਨ ਉਹ ਕੀ ਸਟਰਲਾਈਜ਼ ਹੋਣੀਆਂ ਚਾਹੀਦੀਆਂ ਹਨ। ਸਭ ਤਰ੍ਹਾਂ ਦੀਆਂ ਪੱਟੀਆਂ ਆਪਣੇ ਕੋਲ ਫਸਟ ਏਡ ਬਾਕਸ ਵਿੱਚ ਹੋਣੀਆਂ ਚਾਹੀਦੀਆਂ ਹਨ। ਐਟ ਲੀਸਟ 2 ਸਟਰਾਈਲ ਆਈ ਡਰੈਸਿੰਗ ਮਤਲਬ ਜੋ ਆਪਾਂ ਅੱਖਾਂ 'ਤੇ ਪੱਟੀਆਂ ਰੱਖਦੇ ਹਾਂ ਘੱਟ ਤੋਂ ਘੱਟ 2 ਉਹ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਆਪਣੇ ਕੋਲ ਸਭ ਤਰ੍ਹਾਂ ਦੀਆਂ ਬੈਂਡੇਜ ਹੋਣੀਆਂ ਚਾਹੀਦੀਆਂ ਹਨ, ਕਰੇਬ ਬੈਂਡੇਜ ਹੋਣੀਆਂ ਚਾਹੀਦੀਆਂ ਹਨ, ਸੇਫਟੀ ਪਿੰਸ ਹੋਣੇ ਚਾਹੀਦੇ ਹਨ, ਕੁਝ ਐਮਰਜੈਂਸੀ ਦਵਾਈਆਂ ਜਿਨ੍ਹਾਂ ਦੇ ਸਾਈਡ ਇਫੈਕਟ ਅਤੇ ਉਹਨਾਂ ਦੇ ਐਕਸ਼ਨ ਆਪਾਂ ਨੂੰ ਪਤਾ ਹੋਣ, ਉਹ ਦਵਾਈਆਂ ਆਪਾਂ ਰੱਖ ਸਕਦੇ ਹਾਂ। ਹੋਰ ਫਸਟ ਏਡ ਕਿੱਟ ਵਿੱਚ ਆਪਾਂ ਦਸਤਾਨੇ ਵੀ ਯੂਜ਼ ਕਰ ਸਕਦੇ ਹਾਂ ਅਤੇ ਹੋਰ ਛੋਟੀਆਂ ਮੋਟੀਆਂ ਕੈਂਚੀਆਂ ਜਿਨ੍ਹਾਂ ਦੀ ਆਪਾਂ ਨੂੰ ਅਚਾਨਕ ਲੋੜ ਪੈ ਸਕਦੀ ਹੈ ਅਤੇ ਆਪਾਂ ਉਹ ਵਰਤ ਸਕੀਏ। ਇਸ ਤੋਂ ਇਲਾਵਾ ਇਸ ਵਿੱਚ ਨੇਲ ਕਟਰ, ਕੈਂਚੀ, ਇੰਚੀ ਟੇਪ ਰੱਖ ਸਕਦੇ ਹਾਂ। ਉਮੀਦ ਕਰਦੀ ਹਾਂ ਫਰੈਂਡਸ ਕਿ ਅੱਜ ਮੁੱਢਲੀ ਸਹਾਇਤਾ ਦੇ ਵਿਸ਼ੇ ਵਿੱਚ ਜੋ ਮੈਂ ਤੁਹਾਨੂੰ ਉਸਦੀ ਪਰਿਭਾਸ਼ਾ, ਪ੍ਰਿੰਸੀਪਲ ਅਤੇ ਫਸਟ ਏਡ ਵਿੱਚ ਵਰਤੋਂ ਵਿੱਚ ਆਉਣ ਵਾਲੇ ਸਮਾਨ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਬਹੁਤ ਪਸੰਦ ਆਵੇਗੀ। ਤੁਸੀਂ ਇਸ ਨੂੰ ਸ਼ੇਅਰ ਅਤੇ ਲਾਈਕ ਕਰ ਸਕਦੇ ਹੋ। ਧੰਨਵਾਦ।